पोलिंग पार्टी ਲਈ ਜ਼ਰੂਰੀ ਗੱਲਾਂ। ਹੁਣ ਵੋਟ ਪੈਣ ਵਾਲੇ ਦਿਨ 20/2/22 ਨੂੰ ਵੋਟਿੰਗ ਤੋਂ ਲਗਭਗ 2 ਘੰਟੇ ਪਹਿਲਾਂ ਪੋਲਿੰਗ ਦੀ ਤਿਆਰੀ ਸ਼ੁਰੂ ਕਰ ਲਓ, ਕਿਉਂਕਿ ਵੀਵੀਪੈਟ ਦੀਆਂ 50 ਪਰਚੀਆਂ ਜ਼ਰੂਰੀ ਕੱਢਣੀਆਂ ਹਨ। ਇੱਥੇ ਜਰਾ ਟਾਈਮ ਲੱਗ ਜਾਂਦਾ, ਇਸ ਕਰਕੇ ਪਹਿਲਾਂ ਤਿਆਰੀ ਕਰ ਲੈਂਦੇ ਹਾਂ। ਟਾਈਮ ਆਪਾਂ ਨੂੰ ਲਿਖਿਆ ਵੀ ਆਇਆ ਐਤਕੀ। ਪੋਲਿੰਗ ਏਜੰਟ ਦੀ ਨਿਯੁਕਤੀ ਪੱਤਰ ਪ੍ਰਾਪਤ ਕਰੋ। ਉਹਨਾਂ ਕੋਲ ਜਿਹੜੇ ਨਿਯੁਕਤੀ ਪੱਤਰ ਹੋਣਗੇ ਉਹ ਲੈ ਕੇ ਆਏ ਹੋਣੇ ਆ, ਉਹਨਾਂ ਤੋਂ ਲੈ ਲਓ। 1 ਘੰਟਾ ਇੱਕ ਇੱਥੇ ਲਿਖਿਆ ਹੋਇਆ 1 ਘੰਟਾ ਪਹਿਲਾਂ, ਲੇਕਿਨ ਆਪਾਂ ਨੂੰ ਟਾਈਮ ਪਹਿਲਾਂ ਹੀ ਦਿੱਤਾ ਹੋਇਆ, ਅਸੀਂ ਉਸ ਹਿਸਾਬ ਨਾਲ ਮੌਕ ਪੋਲ ਸ਼ੁਰੂ ਕਰ ਦੇਣੀ ਹੈ। ਜੇਕਰ ਕੋਈ ਪੋਲਿੰਗ ਏਜੰਟ ਸਮੇਂ ਸਿਰ ਨਹੀਂ ਆਉਂਦਾ ਤਾਂ ਉਸ ਨੂੰ 15 ਮਿੰਟ ਉਡੀਕਣ ਉਪਰੰਤ ਮੌਕ ਪੋਲ ਸ਼ੁਰੂ ਕਰਨਾ ਹੈ। ਪੋਲਿੰਗ ਏਜੰਟ ਜਦੋਂ ਵੀ ਪਹੁੰਚੇ ਉਸ ਦੀ ਹਸਤਾਖਰ ਕਰਾਉਣੇ ਹਨ। ਇਹ ਨਹੀਂ ਪੋਲਿੰਗ ਏਜੰਟ ਨੂੰ ਉਡੀਕਦੇ ਰਹੋ, ਆਪਾਂ ਮੌਕ ਪੋਲ ਸ਼ੁਰੂ ਕਰ ਦੇਣੀ ਹੈ। ਮੌਕ ਪੋਲ ਸ਼ੁਰੂ ਕਰਨ ਸਮੇਂ ਸਭ ਤੋਂ ਪਹਿਲਾਂ ਟੋਟਲ ਬਟਨ ਦੱਬ ਕੇ ਸੀਯੂ ਕਲੀਅਰ ਹੋਣ ਸੰਬੰਧੀ ਤਸੱਲੀ ਕਰ ਲਓ ਵੀ ਵੋਟਾਂ ਪਹਿਲਾਂ 0 ਹੀ ਆ, ਇਹ ਚੈੱਕ ਕਰ ਲਓ। ਪੋਲਿੰਗ ਏਜੰਟ ਨੂੰ ਖਾਲੀ ਡਰॉप ਬਾਕਸ ਦਿਖਾ ਦਿਓ। ਪੋਲਿੰਗ ਏਜੰਟ ਨੂੰ ਡਰॉप ਬਾਕਸ ਦਿਖਾ ਦੇਣਾ, 50 ਵੋਟਾਂ ਪਾਓ। ਫਿਰ ਵੀਵੀਪੈਟ ਤੇ ਸਲਿੱਪ ਦਾ ਰਿਜ਼ਲਟ ਈਵੀਐਮ ਨਾਲ ਮਿਲਾਨ ਕਰ ਲਓ। ਮੌਕ ਪੋਲ ਸਮੇਂ ਪੋਲਿੰਗ ਏਜੰਟ ਤੇ ਪੋਲਿੰਗ ਬਾਕੀ ਸਾਰੇ ਪੀਆਰਓ ਟੇਬਲ ਤੇ ਇਹ ਨਾ ਜਿਹੜੇ ਤਿੰਨੇ ਹੈ ਆਪਣੇ ਯੂਨਿਟ, ਇਹਨਾਂ ਨੂੰ ਇੱਕ ਟੇਬਲ ਤੇ ਰੱਖ ਲੈਣਾ, ਜਰਾ ਆਸਾਨੀ ਹੁੰਦੀ ਹੈ। ਬਾਅਦ 'ਚ ਉਹਨੂੰ ਚੇਂਜ ਕਰਕੇ ਤੁਸੀਂ ਜਿੱਥੇ ਬੈਲਟਿੰਗ ਯੂਨਿਟ ਤੇ ਵੀਵੀਪੈਟ ਨੂੰ ਪ੍ਰੋਪਰ ਪਲੇਸ ਤੇ ਰੱਖ ਲਿਓ। 50 ਵੋਟਾਂ ਪੈਣ ਉਪਰੰਤ ਟੋਟਲ ਬਟਨ ਦੱਬ ਕੇ 50 ਵੋਟ ਪੈਣ ਦੀ ਤਸੱਲੀ ਕਰ ਲਓ ਤੇ ਉੱਪਰੋਂ ਫਿਰ ਕਲੋਜ਼ ਬਟਨ ਦਬਾਇਆ ਜਾਣਾ ਹੈ। ਜਦੋਂ ਵੋਟਾਂ ਪੈ ਗਈਆਂ ਫਿਰ ਕਿਹੜਾ ਬਟਨ ਦਬਾਉਣਾ? ਮੌਕ ਪੋਲ ਦਾ ਕਲੋਜ਼ ਤੋਂ ਬਾਅਦ ਵਾਰੀ ਆਣੀ ਹੈ ਰਿਜ਼ਲਟ ਦੀ। ਫਿਰ ਰਿਜ਼ਲਟ ਬਟਨ ਦਬਾਉਣਾ, CRC ਜਿੱਦਾਂ ਕਹਿੰਦੇ ਆ। ਫਿਰ ਰਿਜ਼ਲਟ ਤੋਂ ਉਹਨੂੰ ਚੈੱਕ ਕਰਾ ਕੇ ਪੋਲਿੰਗ ਏਜੰਟਾਂ ਨੂੰ ਤੁਸੀਂ ਨਾਲ ਕਾਗਜ਼ ਲੈ ਲੈਣਾ, ਇੱਕ ਵਾਈਟ ਪੇਪਰ, ਉੱਤੇ ਲਿਖ ਜ਼ਰੂਰ ਲੈਣਾ ਨਾਲ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਕਿੰਨੀਆਂ ਵੋਟਾਂ ਪਈਆਂ ਨੇ, ਅਤੇ ਕਲੀਅਰ ਜ਼ਰੂਰ ਕਰ ਲੈਣਾ। ਦੈਟ ਇਜ਼ ਮੋਸਟ ਇੰਪੋਰਟੈਂਟ। ਕਰਨ ਉਪਰੰਤ CU ਨੂੰ ਸਵਿਚ ਆਫ ਕਰ ਦਿਓ। ਅੱਛਾ, ਜਦੋਂ ਕਲੀਅਰ ਕਰ ਦਿੱਤਾ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਵੋਟਾਂ ਕਿੰਨੀਆਂ ਨੇ? 0। ਫਿਰ ਉਹ ਟੋਟਲ ਬਟਨ ਦੱਬ ਕੇ ਦੇਖ ਲਓ, ਵੋਟਾਂ 0 ਹੋਣੀਆਂ ਚਾਹੀਦੀਆਂ ਨੇ। ਫਿਰ ਸਵਿਚ ਆਫ ਕਰ ਦਿਓ। ਟੋਟਲ ਜ਼ਰੂਰ ਚੈੱਕ ਕਰ ਲੈਣਾ ਲਾਸਟ ਦੇ ਵਿੱਚ, ਜੋ ਤੁਸੀਂ ਕਲੀਅਰ ਕਰ ਲਿਆ ਨਾ, ਅਤੇ ਟੋਟਲ ਚੈੱਕ ਕਰ ਲਓ ਅਤੇ ਫਿਰ ਇਹਨੂੰ ਸਵਿਚ ਆਫ ਕਰ ਦਿਓ। ਹੁਣ ਵੀਵੀਪੈਟ ਦਾ ਡਰॉप ਬਾਕਸ ਖੋਲ੍ਹ ਕੇ 50 ਪਰਚੀਆਂ ਕੱਢ ਲਓ ਅਤੇ ਲਿਫਾਫੇ ਦੇ ਵਿੱਚ ਪਾ ਦਿਓ। ਲਿਫਾਫੇ ਦੇ ਡੱਬੇ ਦੇ ਬਾਹਰ ਪੋਲਿੰਗ ਬੂਥ ਦੇ ਵੇਰਵੇ ਭਰਨਾ ਨਾ ਭੁੱਲੋ, ਡੱਬੇ 'ਤੇ ਲਿਖ ਦਿਓ। ਫਿਰ ਗ੍ਰੀਨ ਪੇਪਰ ਸੀਲ, ਸਪੈਸ਼ਲ ਟੈਗ, ਸਟਿਪ ਸੀਲ ਤਾਂ ਹੁਣ ਹੈ ਨਹੀਂ ਗੀ, ਇਹਦੀ ਜ਼ਰੂਰਤ ਨਹੀਂ ਪੈਣੀ ਇਸ ਵਾਰੀ, ਅਤੇ ਸੀਲਾਂ ਕਰ ਲਓ। ਤੁਹਾਨੂੰ ਪਤਾ ਹੀ ਹੈ ਇੱਕ ਸੀਲ ਅੰਦਰ ਲੱਗਦੀ ਹੈ, ਉਹ ਗ੍ਰੀਨ ਪੇਪਰ ਸੀਲ ਆ। ਫਿਰ ਸਪੈਸ਼ਲ ਟੈਗ ਲੱਗਣਾ ਅਤੇ ਇੱਕ ਬਾਹਰ ਐਡਰੈਸ ਟੈਗ ਲੱਗਣਾ। 3 ਸੀਲਾਂ ਲੱਗਣੀਆਂ ਨੇ ਕੰਟਰੋਲ ਯੂਨਿਟ ਨੂੰ ਜਦੋਂ ਤੁਸੀਂ ਵੋਟਾਂ ਪਾਉਣ ਤੋਂ ਪਹਿਲਾਂ, ਮੌਕ ਪੋਲ ਕਰਾਉਣ ਤੋਂ ਬਾਅਦ। ਉਸ ਸਮੇਂ ਪ੍ਰੀਜ਼ਾਈਡਿੰਗ ਸਮੁੱਚੀ ਕਾਰਵਾਈ ਲਈ ਮੌਕ ਪੋਲ ਸਰਟੀਫਿਕੇਟ ਉਹ ਬਾਕੀ ਆਪਣੇ ਡਾਕੂਮੈਂਟ ਭਰ ਲਏਗਾ। ਪੋਲਿੰਗ ਅਫਸਰ ਜਿਹੜਾ 1 ਆ ਉਹਦੇ ਕੋਲ ਮਾਰਕਡ ਕਾਪੀ ਹੁੰਦੀ ਹੈ। ਮਾਰਕਡ ਕਾਪੀ ਪਛਾਣ ਲਈ ਜ਼ਿੰਮੇਵਾਰ ਹੋਵੇਗਾ ਅਤੇ ਨਾਲ ਉਹ ਐਪਿਕ ਵਗੈਰਾ ਜਾਂ ਕੋਈ ਸ਼ਨਾਖਤੀ ਕਾਰਡ ਉਹ ਚੈੱਕ ਕਰੇਗਾ, ਅਤੇ ਬਾਕੀ ਉਹ ਵੀ ਨੋਟ ਕਰ ਲਏਗਾ ਕੋਈ ASD ਵੋਟਰ ਆਉਂਦਾ ਜਾਂ ਸਪੈਸ਼ਲ ਐਨੇਬਲਡ 80 ਸਾਲ ਤੋਂ ਉੱਪਰ 18 ਸਾਲ ਵਾਲੇ, ਉਹ ਵੀ ਇਹਨੇ ਚੈੱਕ ਕਰ ਲੈਣੇ ਆ ਪੋਲਿੰਗ ਅਫਸਰ 1 ਨੇ। ਪੋਲਿੰਗ ਅਫਸਰ 2 ਅਮਿਟ ਸ਼ਾਹੀ ਦਾ ਇੰਚਾਰਜ ਹੋਵੇਗਾ। ਪੋਲਿੰਗ ਅਫਸਰ ਨੰਬਰ 1 ਵੋਟਰ ਦੀ ਪਹਿਚਾਣ ਉਪਰੰਤ 2 ਕੋਲ ਜਾਏਗਾ, ਸ਼ਾਹੀ ਲਗਾਏਗਾ, ਅਤੇ ਇਹ ਪ੍ਰਕਿਰਿਆ ਜਿਹੜੀ ਸ਼ਾਹੀ ਲਗਾਉਣੀ ਆ ਆਹ ਸੱਜੀ ਉਂਗਲ ਇਹਦੀ ਇੱਥੇ ਨਾਲ 9 ਅਤੇ ਇਹਨੂੰ ਕ੍ਰੋਸ ਕਰਨੀ ਚਾਹੀਦੀ ਹੈ ਤਾਂ ਕਿ ਜਲਦੀ ਮਿਟੇ ਨਾ ਮਾਸ 'ਤੇ ਵੀ। ਅੱਗੇ ਤੀਸਰਾ ਪੋਲਿੰਗ APRO ਆ, ਉਹ ਪਰਚੀ ਇਹਦੇ 'ਚ ਲਿਖਿਆ ਵੀ ਹੋਇਆ ਇਹਨੇ, ਪੋਲਿੰਗ ਵੋਟਰ ਸਲਿੱਪ ਪ੍ਰਾਪਤ ਕਰਨ ਉੱਪਰ ਵਿੱਚ ਜਾ ਕੇ ਵੋਟ ਦਰਜ ਕਰਨ ਲਈ ਇਜਾਜ਼ਤ। ਉਹ ਕੰਟਰੋਲ ਬੈਲਟ ਨੂੰ ਦੱਬੇਗਾ ਅਤੇ ਜਿਹੜਾ ਵੋਟਰ ਆ ਉਹ ਜਾ ਕੇ ਬੈਟਿੰਗ ਯੂਨਿਟ ਦਾ ਬਟਨ ਦਬਾਏਗਾ ਜਿਹਨੂੰ ਵੀ ਉਹਨੇ ਵੋਟ ਪਾਉਣੀ ਹੈ। ਅਤੇ ਜਦੋਂ 100 ਵੋਟਰ ਸਲਿੱਪਾਂ ਹੋਣਗੀਆਂ ਉਹਦਾ ਬੰਡਲ ਬਣਾ ਲਓ। ਆਹ 3 ਤੱਕ ਹੀ ਹੋਏਗਾ, ਚੌਥੇ ਦੀ ਇੱਥੇ ਜ਼ਰੂਰਤ ਨਹੀਂ, ਉਹ ਤਾਂ PRO ਖੁਦ ਹੀ ਹੋਏਗਾ। ਅੱਗੇ ਅੰਨੇ ਅਤੇ ਅਪੰਗ ਵੋਟਰ ਆ, ਇਹਦਾ ਮਤਲਬ ਇਹਦੀ ਜ਼ਰੂਰਤ ਨਹੀਂ ਪੈਣੀ ਇੱਥੇ। ਇਹ ਤੀਸਰਾ ਜਿਹੜਾ APRO ਜਾਂ PO ਆ ਉਹ ਹੀ ਨਿਗਰਾਨੀ ਰੱਖੇਗਾ ਇਹਦੀ ਵੀ। ਇੱਕ ਗੱਲ ਦਾ ਧਿਆਨ ਰੱਖਣਾ, ਇਹ ਜਿਹੜਾ ਸਿਸਟਮ ਹੈ ਪਹਿਲਾ ਆਫਿਸਰ, ਦੂਜਾ ਆਫਿਸਰ, ਤੀਜਾ ਪੋਲਿੰਗ ਆਫਿਸਰ, ਇਹ ਪ੍ਰੀਜ਼ਾਈਡਿੰਗ ਆਫਿਸਰ ਹੀ ਦੇਖ ਲਏਗਾ ਵੀ ਕਿਸ ਤਰ੍ਹਾਂ ਸੈੱਟ ਕਰਨਾ, ਕਿਹਨੂੰ ਕਿਹਦੀ ਡਿਊਟੀ ਦੇਣੀ ਹੈ।
अन्य अपंग वोटरां वालों वोटर ये फार्म भरना, जे कोई आउंदा 18 साल तो उम्र वाले फार्म 14 ए है दर्ज करेगा तो अपंग वोटर नाल लैके जाके वोट पाउण दी इजाज़त आग्या देवेगा। चैलेंज वोट आ, कोई बोले किसी वोटर की शनाख्त नूं चैलेंज करदा तो उस वक्त वो ₹2 की रसीद कट्टेगा लैके तो सारा प्रोसैस करेगा। इस तो बाद टेंडर वोट है, वोट कोई होर पा गया तो हुण असली वोटर आ गया वा तो उन्होंने आप टेंडर वोट कहने हैं। असल वोटर बाद विच वोट पाउण आउंदा है तो उसकी सारी कार्रवाई करनी, आपां फार्म भरना 17-20 का। अगे वोटर कई बारी वोट रद्द करना, दूसरे पोलिंग अफसर पास वोटर का लड़ी नंबर रजिस्टर दर्ज करने तो बाद जेकर वोटर अपनी दस्तखत करन तो इनकार करता है या वोटर रजिस्टर करने तो बाद वोटर पाउण तो इनकार कर दिंदा है तो उस तौर पर वोट नहीं पाया जा सकता, वो वोटर तो इनकार कर दिंदा। रिमार्क्स वाले कॉलम विच शब्द लिख दिता जाए तो उसका दस्तखत भी लै लए जान तो तब्दीली ना की जाए, उस वोटर वाले दबाए गए बैलेट पेपर अगली वोट पवा ली जाए। जेकर इनकार करने वाला वोटर आखिरी वोटर होवे तो कंट्रोल यूनिट का इंपॉर्टेंट आ वो स्विच ऑफ करके बैलेट यूनिट डिसकनैक्ट कर लिया जा डिसकनैक्ट कर देवेगा तो दोबारा स्विच ऑन करके बाकी बाद कम तो बाद बाकी काम कर लेगा। ये लास्ट वोटर वेले आउंदी प्रॉब्लम कई बारी भी लास्ट वोटर ही इनकार कर देना, आपां एंट्रियां तो कीतियां सी फिर उन्होंने कंट्रोल यूनिट स्विच ऑफ करके ऑन कर लो। चोण कमीशन वालों दित्तियां हिदायतां PR समय समय पर वोटां की गिनती प्रीजाइडिंग डायरी में दर्ज करेगा। कंट्रोल यूनिट का टोटल दबा के वोटां की गिनती नोट करेगा कि वोटिंग मशीन आ जरूर देख लेना, वोटिंग मशीन वोटर रजिस्टर तो वोटर स्लिपां ये इकट्ठे इक्को जिहियां होणियां चाहीदियां ने। वोटर स्लिपां की गिनती भी नाल चैक कर लैनी है, तीनों मैच करना। अगे पोल बंद करना, अखीर दे विच जदों टाइम 6 बजे का हो जाता आपां कंट्रोल यूनिट नूं ऑफ कर पहला चैक कर लो वोटां की गिनती टोटल ताकि फिर चेंज नहीं ना होनी। टोटल जरूर चैक कर लेना भी अपना मैच करदा तिन्नां नाल, फिर क्लोज बटन तुसीं दबना, फिर क्लोज करके सीलां लगा लो जड़ियाँ सीलां लगनियाँ जड़ियाँ उन्होंने पैक करके तुसीं सीलां लगाओगे वो लगा लैनियाँ। कंट्रोल यूनिट बैल्टिंग यूनिट VVPAT डस्ट टैग संबंधी सील कर देने हैं। दस्तावेज लिफाफे तैयार कर लो सारे अच्छी तरह सील कर लो तो अपना समान सारा तैयार कर लो।